ਮਨ ਦੀ ਮੱਤ ਤਿਆਗਣੀ ਕਠਿਨ ਹੈ। ਇਸ ਕਾਰਨ ਭਗਤੀ ਦੇ ਮਾਰਗ 'ਤੇ ਚੱਲਣਾ ਕਠਿਨ ਲੱਗਦਾ ਹੈ। ਵੈਸੇ ਭਗਤੀ ਦਾ ਮਾਰਗ ਬਹੁਤ ਹੀ ਸੁਖਾਲਾ ਹੈ, ਸਹਿਜ ਹੈ। ਗਿਆਨ ਦਾ ਯੋਗ ਦਾ ਮਾਰਗ ਬਹੁਤ ਕਠਿਨ ਹੈ, ਬਹੁਤ ਹੀ ਖੁਸ਼ਕ ਹੈ। ਭਗਤੀ ਦਾ ਮਾਰਗ ਬਹੁਤ ਹੀ ਰਸ ਭਿੰਨਾ ਹੈ, ਪਿਆਰਾ ਹੈ, ਪਰ ਇਹਦੇ 'ਤੇ ਸਮਰਪਣ ਕਰਨਾ ਕਠਿਨ ਹੈ। ਬਸ ਆਪਣੀ ਮੱਤ ਤਿਆਗਣੀ ਕਠਿਨ ਹੈ। ਤਿਆਗੂਗਾ ਤਾਂ ਹੀ ਗੁਰੂ ਦੀ ਮੱਤ ਲਊਗਾ ਨਾ। ਮੱਤ ਤਿਆਗਣੀ ਕਠਿਨ ਕਿਉਂ ਹੈ? ਉੱਦਾਂ ਕੁਛ ਕਰਨ ਦੀ ਲੋੜ ਨਹੀਂ ਹੈ। ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਭਗਤੀ ਮਾਰਗ ਦੇ ਉੱਪਰ ਚੱਲਣ ਵਾਲਿਆਂ ਨੂੰ ਕੁਛ ਕਰਨ ਦੀ ਲੋੜ ਨਹੀਂ ਹੁੰਦੀ ਹੈ, ਸਿਰਫ ਮੱਤ ਹੀ ਤਿਆਗਣੀ ਹੈ। ਮਨ ਹੀ ਦੇਣਾ ਹੈ, ਮਨ ਦੇ ਰਾਮ ਲਿਆ। ਕਹਿੰਦੇ ਹਨ ਸੰਤ ਸੰਗ ਨਹੀਂ ਕਿਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹਦੇ ਨਾਲ ਘਾਲਣਾ ਦੀ ਲੋੜ ਨਹੀਂ ਹੈ, ਸਿਰਫ ਨਾਲ ਰਹਿਣ ਦੀ ਲੋੜ ਹੈ ਤੇ ਉਹਦੇ ਦਰਸ਼ਨ ਹੋ ਜਾਂਦੇ ਹਨ ਬਿਨਾਂ ਘਾਲਣਾ ਤੋਂ। ਦੇਖੋ ਐਸਾ ਹੀ ਹੋਇਆ ਸੀ ਨਾ ਬਾਬੇ ਲਹਿਣੇ ਨੂੰ ਵੀ, ਐਸਾ ਹੀ ਹੋਇਆ ਸੀ। ਕੁਛ ਘਾਲਣਾ ਥੋੜ੍ਹੀ ਉਹਨਾਂ ਨੂੰ। ਬਾਬਾ ਨਾਨਕ ਜੀ ਕੁਛ ਦੱਸਦੇ ਥੋੜ੍ਹੀ ਹੋਣਗੇ ਵੀ ਮੂਲ ਮੰਤਰ ਦੇ ਪਾਠ ਕਰ ਲਾ, ਵੀ ਗੁਰ ਮੰਤਰ ਦੇ ਪਾਠ ਕਰ ਲਾ। ਕੋਈ ਪਾਠ ਕਰਨ ਵਾਸਤੇ ਥੋੜ੍ਹੀ ਕਹਿੰਦੇ ਹਨ ਸਤਿਪੁਰਖ, ਕੋਈ ਜਾਗਰਤ ਪੁਰਖ ਆਪਣੇ ਨਾਗੇ ਲੈਣ ਵਾਲਿਆਂ। ਪਾਠ ਪੂਜਾ ਤਾਂ ਉਹ ਕਰਵਾਉਂਦੇ ਹਨ ਜਿਹੜੇ ਸੁੱਤੇ ਹੋਏ ਹਨ। ਜਾਗਦਾ ਪੁਰਸ਼ ਜਿਹੜਾ ਹੈ ਉਹ ਜਗਾਉਂਦਾ ਹੈ, ਤਾਂ ਉਹ ਜਾਗਣ ਵਾਲੇ ਪਾਸੇ ਨੂੰ ਲੈ ਕੇ ਜਾਂਦਾ ਹੈ। ਪਰ ਜਿਹੜਾ ਮਨ ਸੁੱਤਾ ਹੋਇਆ ਹੈ ਉਹ ਸਮਰਪਿਤ ਕਰ ਦੇਣਾ ਹੈ ਆਪਣੀ ਮੱਤ, ਕਿਉਂਕਿ ਜਿਹੜੀ ਮੱਤ ਹੈ ਇਹੋ ਹੀ ਸੰਸਾਰ ਵੱਲ ਨੂੰ ਲੈ ਕੇ ਜਾ ਰਹੀ ਹੈ। ਤੁਹਾਡੀ ਆਪਣੀ ਮੱਤ ਹੀ ਸੰਸਾਰ ਵੱਲ ਨੂੰ ਲੈ ਕੇ ਜਾਂਦੀ ਹੈ। ਅਤੇ ਜਿਹੜਾ ਸੰਸਾਰ 'ਚੋਂ ਨਿਕਲਿਆ ਹੋਇਆ ਹੈ ਉਹ ਜਾਣਦਾ ਹੈ ਵੀ ਇਸ ਮੱਤ ਨੂੰ ਛੱਡ ਕੇ ਹੀ ਤੁਸੀਂ ਵਾਪਸ ਆ ਸਕਦੇ ਹੋ। ਟੋਟਲ ਹੀ ਛੱਡਣੀ ਹੈ, ਕਿਉਂਕਿ ਇਹ ਸੰਸਾਰ 'ਚੋਂ ਹੀ ਮੱਤ ਪੈਦਾ ਹੋਈ ਹੈ, ਸਮਝ ਸਿਆਣਪ। ਅਤੇ ਇਸ ਕਰਕੇ ਸਿਆਣਪ ਦੁਆਰਾ ਆਦਮੀ ਸੰਸਾਰ ਵੱਲੋਂ ਹੀ ਜਾਂਦਾ ਹੈ, ਭਾਵੇਂ ਧਾਰਮਿਕ ਕਰਮ ਕਰੇ, ਭਾਵੇਂ ਜਪ ਤਪ ਕਰੇ, ਭਾਵੇਂ ਕੋਈ ਵੀ ਸਾਧਨਾ ਕਰੇ, ਜਾਂਦਾ ਸੰਸਾਰ ਵੱਲੋਂ ਹੀ ਹੈ। ਕਿਉਂਕਿ ਸੰਸਾਰ ਤੋਂ ਮਿਲੀ ਹੋਈ ਹੈ ਨਾ ਸਮਝ। ਇਹ ਜਪ ਤਪ ਕਰਕੇ ਵੀ ਸੰਸਾਰ ਤੋਂ ਛੁੱਟਣਾ ਥੋੜ੍ਹਾ ਚਾਹੁੰਦੀ ਹੈ। ਤੁਸੀਂ ਧਿਆਨ ਕਰਕੇ ਜਾਂ ਪਰਮਾਤਮਾ ਨੂੰ ਪਾ ਕੇ ਵੀ ਐਸਾ ਥੋੜ੍ਹੀ ਸੋਚਦੇ ਹੋ ਵੀ ਸੰਸਾਰ ਤੋਂ ਛੁੱਟਣਾ ਹੈ। ਜ਼ਿਆਦਾਤਰ ਤਾਂ ਇਹੋ ਹੀ ਖਿਆਲ ਹੁੰਦਾ ਹੈ ਵੀ ਮਜ਼ੇ ਲਵਾਂਗੇ ਸੰਸਾਰ 'ਚ। ਸੁਖਪੂਰਵਕ ਜੀਵਾਂਗੇ, ਤੁਹਾਡਾ ਤਾਂ ਇਹੋ ਖਿਆਲ ਹੁੰਦਾ ਹੈ ਨਾ ਵੀ ਰਵਾਂਗੇ ਵੀ ਸੰਸਾਰ ਦੇ ਵਿੱਚ, ਦਿਖਾਵਾਂਗੇ ਦੇਖੋ ਅਸੀਂ ਪ੍ਰਮਾਤਮਾ ਨੂੰ ਵੀ ਪਾ ਲਿਆ, ਆਨੰਦ ਵੀ ਮਿਲ ਗਿਆ। ਤੁਸੀਂ ਇਉਂ ਸੋਚਦੇ ਹੋ। ਇਹ ਸੋਚ ਜਿਹੜੀ ਹੈ ਸੰਸਾਰੀ ਹੈ। ਅਤੇ ਧਾਰਮਿਕ ਲੋਕ ਵੀ ਸੰਸਾਰ ਵਾਲੇ ਪਾਸੇ ਨੂੰ ਹੀ ਜਾਂਦੇ ਆ। ਧਾਰਮਿਕ
ਕਰਮ ਕਰਦੇ ਹੋਏ ਵੀ, ਕਿਉਂਕਿ ਜੋ ਵੀ ਤੁਸੀਂ ਆਪਣੀ ਮਤ ਦੁਆਰਾ, ਆਪਣੀ ਸਮਝ ਦੁਆਰਾ, ਆਪਣੀ ਸਿਆਣਪ ਦੁਆਰਾ ਕਰ ਰਹੇ ਹੋ ਨਾ, ਉਹਦੇ ਦੁਆਰਾ ਤੁਸੀਂ ਸੰਸਾਰ ਵੱਲ ਹੀ ਜਾਂਦੇ। ਭਾਵੇਂ ਤੁਸੀਂ ਗਿਆਨ ਵੀ ਹਾਸਲ ਕਰ ਰਹੇ ਹੋ, ਉਹ ਗਿਆਨ ਵੀ ਐਸਾ ਹੀ ਹੈ ਵੀ ਉਹ ਸੰਸਾਰ ਤੋਂ ਤੁਹਾਨੂੰ ਛੁੱਟਣ ਵਾਸਤੇ ਇੰਤਜ਼ਾਮ ਨਹੀਂ ਕਰਦਾ ਹੈ। ਜਿਵੇਂ ਮੈਂ ਅਕਸਰ ਕਹਿਣਾ ਹੁੰਦਾ ਵੀ ਜਿਵੇਂ ਤੁਸੀਂ ਆਪਣੇ ਆਪ ਖੁਦ ਮਰਨਾ ਨਹੀਂ ਚਾਹੁੰਦੇ ਹੋ, ਸਰੀਰ ਕਰਕੇ ਬਚਾਉਂਦਾ ਹੈ ਆਦਮੀ, ਇਵੇਂ ਹੀ ਮਨ ਵਕੀਲ ਹੈ ਅਤੇ ਆਪਣੇ ਆਪ ਨੂੰ ਬਚਾਉਂਦਾ ਹੈ। ਅਤੇ ਜਿਹੜੀ ਭਗਤੀ ਹੈ, ਇਹਦੇ 'ਚ ਸ਼ੁਰੂਆਤ ਦੇ ਵਿੱਚ ਹੀ ਮਨ ਨੂੰ ਛੱਡਣਾ ਹੈ। ਇਸ ਕਾਰਨ ਇਹ ਭਗਤੀ ਭਾਵ ਨਾਲ ਲੋਕ ਘੱਟ ਜਾਂਦੇ ਹਨ। ਪਰ ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਜ਼ਿਆਦਾਤਰ ਇਸੇ ਮਾਰਗ ਥਾਣੇ ਹੀ ਮੁਕਤ ਹੋਏ ਹਨ। ਸਤਿਗੁਰੂਆਂ ਦੇ ਟਾਈਮ, ਪੀਰਾਂ ਫਕੀਰਾਂ ਦੇ ਟਾਈਮ ਬਹੁਤ ਸਾਰੇ ਸਿੱਖ ਭਗਤ ਮੁਰੀਦ, ਕਿਉਂਕਿ ਇਹ ਬਹੁਤ ਸੁਖਾਲਾ ਹੈ, ਬਹੁਤ ਸਹਿਜ ਹੈ। ਪਰ ਉਸ ਸਮੇਂ ਇੰਨਾ ਹੰਕਾਰ ਬੁਲੰਦ ਨਹੀਂ ਸੀ ਆਦਮੀ ਦਾ। ਜਿਵੇਂ ਜਿਵੇਂ ਸਮਝ ਵੱਧਦੀ ਹੈ, ਗਿਆਨ ਵੱਧਦਾ ਹੈ, ਅਕਲ ਵੱਧਦੀ ਹੈ, ਸਮਝਦਾਰ ਆਦਮੀ ਹੋ ਰਿਹਾ ਹੈ ਦਿਨੋਂ ਦਿਨ, ਓਨਾ ਹੀ ਭਗਤੀ ਤੋਂ ਦੂਰ ਜਾਂਦਾ ਹੈ। ਇਸੇ ਕਰਕੇ ਕਿਹਾ ਹੈ ਨਾ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਸਿਆਣੇ ਡੁੱਬ ਜਾਂਦੇ ਹਨ। ਅਤੇ ਅਜੋਕੇ ਸਮੇਂ 'ਚ ਸਿਆਣਪ ਜ਼ਿਆਦਾ ਹੈ, ਅਤੇ ਸਿਆਣਾ ਆਦਮੀ ਕਦੇ ਨਹੀਂ ਇਵੇਂ ਸੋਚਦਾ ਹੈ ਵੀ ਕਿਸੇ ਦੇ ਅਧੀਨ ਹੋ ਕੇ ਜੀਣਾ ਹੈ। ਤੁਸੀਂ ਸੋਚੋ, ਤੁਸੀਂ ਤਾਂ ਉਹਨੂੰ ਬੇਵਕੂਫ ਸਮਝੋਗੇ ਜਿਹੜਾ ਆਪਣੀ ਸਮਝ ਛੱਡ ਕੇ ਅਤੇ ਕਿਸੇ ਦੀ ਸਮਝ ਦੁਆਰਾ ਜੀ ਰਿਹਾ ਹੋਵੇ। ਤੁਸੀਂ ਕੀ ਕਹੋਗੇ ਉਹਨੂੰ? ਨਿਆਣਾ ਕਹੋਗੇ ਹੀ ਨਾ, ਬੇਸਮਝ, ਬੇਅਕਲਾ, ਵੀ ਆਪਣੀ ਸਮਝ ਨਹੀਂ, ਤੂੰ ਆਪਣੇ ਆਪ ਨਹੀਂ ਜੀ ਸਕਦਾ। ਤੈਨੂੰ ਅਕਲ ਦਿੱਤੀ ਰੱਬ ਨੇ, ਸਮਝ ਦਿੱਤੀ ਆ, ਤੂੰ ਆਪ ਨਿਰਣੈ ਕਰ ਆਪਣੇ ਜੀਵਨ ਦਾ। ਤੁਸੀਂ ਕਹਿੰਦੇ ਹੋ ਨਾ, ਬੱਚਿਆਂ ਨੂੰ ਕਹਿੰਦੇ ਹੋ ਤੁਸੀਂ ਵੀ ਆਪਣੇ ਜੀਵਨ ਦਾ ਨਿਰਣੈ ਆਪ ਕਰ, ਤੈਨੂੰ ਸਮਝ ਦਿੱਤੀ, ਅਕਲ ਦਿੱਤੀ, ਤੂੰ ਕਿਹਦੇ ਪਿੱਛੇ ਤੁਰਿਆ ਫਿਰਦਾ? ਆਪਣਾ ਜੀਵਨ ਵਿਅਰਥ ਗਵਾ ਰਿਹਾ। ਲੋਕ ਤਾਂ ਸਮਝਾਉਂਦੇ ਹਨ, ਉਹਨਾਂ ਨੂੰ ਤਾਂ ਅਕਲਾ ਬੇਅਕਲਾ ਕਹਿਣਗੇ, ਇਹੀ ਨਿਆਣਾ ਕਹਿੰਦੇ ਹੀ ਹਨ। ਜਿਹੜਾ ਗੁਰੂ ਦੀ ਮੱਤ ਨੂੰ ਲੈਂਦਾ ਹੈ ਉਹਨੂੰ ਨਿਆਣਾ ਕਹਿੰਦੇ ਹਨ ਲੋਕ। ਤੁਸੀਂ ਨਿਆਣਾ ਬਣਨ ਨੂੰ ਤਿਆਰ ਹੋ? ਅਗਰ ਨਿਆਣੇ ਬਣਨ ਨੂੰ ਤਿਆਰ ਹੋ ਤਾਂ ਤੁਸੀਂ ਗੁਰੂ ਦੀ ਮੱਤ ਲੈਣ ਨੂੰ ਵੀ ਤਿਆਰ ਹੋ ਜਾਓਗੇ। ਪਰ ਸੰਸਾਰ ਦੇ ਵਿੱਚ ਨਿਆਣਾ ਬਣਨਾ ਬਹੁਤ ਕਠਿਨ ਹੈ। ਫਿਰ ਖਿਆਲ ਵਿੱਚ ਰੱਖੋ, ਇਵੇਂ ਸਮਝ ਲਵੋ ਤੁਸੀਂ ਜਿਵੇਂ ਕੋਈ BA MA ਦਾ ਵਿਦਿਆਰਥੀ ਹੁੰਦਾ ਹੈ, ਤੁਹਾਨੂੰ ਕਹਿ ਦਿੱਤਾ ਜਾਵੇ ਤੂੰ ਪਹਿਲੀ ਕਲਾਸ ਦੇ ਵਿੱਚ ਬਹਿਣਾ ਹੈ। ਹੁਣ ਪਹਿਲੀ ਕਲਾਸ ਦੇ ਵਿੱਚ ਬਹਿਣਾ ਉਹਨੂੰ ਕਠਿਨ ਨਹੀਂ ਹੈ, ਕਿਉਂਕਿ ਉਸ ਕਲਾਸ ਦੇ ਵਿੱਚ ਹੀ ਉਹ ਗੁਜ਼ਰਿਆ ਹੈ, ਬਹੁਤ ਸੁਖਾਲਾ ਹੈ। ਪਰ ਉਹ ਬਹਿਣਾ ਨਹੀਂ ਚਾਹੇਗਾ, ਉਹ ਅਪਮਾਨਿਤ ਆਪਣੇ ਆਪ ਨੂੰ ਮਹਿਸੂਸ ਕਰੇਗਾ। ਛੋਟੇ ਬੱਚਿਆਂ ਦੇ ਵਿੱਚ ਬਹਿਣਾ, ਉਹਨਾਂ ਵਾਂਗੂ ਪੜ੍ਹਨਾ ਚੰਗਾ ਨਹੀਂ ਨਾ ਸਮਝੇਗਾ। ਬਹਿ ਸਕਦਾ ਹੈ ਉਹ ਪਹਿਲੀ ਕਲਾਸ 'ਚ, ਪਰ ਬਹਿਣਾ ਨਹੀਂ ਚਾਹੁੰਦਾ। ਕਿਉਂ ਨਹੀਂ ਬਹਿਣਾ ਚਾਹੁੰਦਾ? ਕਿਉਂਕਿ ਹੰਕਾਰ ਹੁਣ ਉਹਨੂੰ ਬਹਿਣ ਨਹੀਂ ਦੇਵੇਗਾ। ਕਿ ਉਹ ਸਿਆਣਾ ਹੋ ਗਿਆ, ਸਮਝਦਾਰ ਹੋ ਗਿਆ। ਹੁਣ ਨਿਆਣਿਆਂ ਦੇ ਵਿੱਚ ਕਿਵੇਂ ਬਵੇ? ਬਸ ਇਹੋ ਹੀ ਸਮੱਸਿਆ ਹੈ ਭਗਤੀ ਮਾਰਗ 'ਤੇ ਵੀ। ਭਗਤੀ ਮਾਰਗ 'ਤੇ ਚੱਲਣ ਵਾਲਾ ਫਿਰ ਵੈਸੇ ਹੀ ਨਿਆਣਾ ਹੁੰਦਾ ਹੈ, ਪਰ ਨਿਆਣਾ ਬਣਨ ਨੂੰ ਕੋਈ ਤਿਆਰ ਨਹੀਂ। ਜਿਵੇਂ ਤੁਹਾਨੂੰ ਕਹਿ ਦਿੱਤਾ ਜਾਵੇ ਤੁਸੀਂ ਛੋਟੇ ਬੱਚੇ ਵਾਂਗੂ ਬੈਠ ਜਾਓ ਬਾਹਰ,
ਕੋਈ ਤੁਹਾਡੇ ਨਾਲ ਸ਼ਰਾਰਤ ਕਰ ਦੇਵੇ, ਕੋਈ ਮਜ਼ਾਕ ਕਰ ਦੇਵੇ, ਕੋਈ ਉਵੇਂ ਹੀ ਬੇਇੱਜ਼ਤੀ ਕਰ ਦੇਵੇ, ਤੁਸੀਂ ਛੋਟੇ ਬੱਚੇ ਵਾਂਗੂ ਤੁਸੀਂ ਕਰ ਸਕਦੇ ਹੋ ਨਾਟਕ ਉੱਪਰੋਂ, ਪਰ ਅੰਦਰੋਂ ਫਿਰ ਵੀ ਤੁਸੀਂ ਨਹੀਂ ਹੋ ਸਕਦੇ ਹੋ। ਅੰਦਰੋਂ ਤੁਹਾਡਾ ਹੰਕਾਰ ਬੁਲੰਦ ਹੀ ਰਹੇਗਾ। ਇਸ ਕਾਰਨ ਜਿਹੜੇ ਜਾਣਦੇ ਹਨ ਨਾ, ਉਹਨਾਂ ਨੂੰ ਪਤਾ ਹੈ ਵੀ ਇਸ ਹੰਕਾਰ ਤੋਂ ਛੁਟਕਾਰੇ ਦਾ ਉਪਾਅ ਇੱਕੋ ਹੀ ਹੈ, ਉਹ ਹੈ ਆਪਣੀ ਮੱਤ ਨੂੰ ਤਿਆਗਣਾ। ਤੁਸੀਂ ਆਪਣੀ ਮੱਤ ਦੁਆਰਾ ਆਪਣਾ ਹੰਕਾਰ ਹੀ ਵਧਾਓਗੇ, ਅਤੇ ਜਿੰਨਾ ਹੰਕਾਰ ਵਧੇਗਾ, ਹਉਂ ਵਧੇਗੀ, ਉਨੀ ਵਿਚਾਰ ਚੱਲਣਗੇ। ਜਿੰਨੇ ਵਿਚਾਰ ਚੱਲਣਗੇ ਉਨੇ ਤੁਸੀਂ ਸੰਸਾਰ 'ਚ ਫਸੋਗੇ। ਭਾਵੇਂ ਤੁਸੀਂ ਕੋਈ ਵੀ ਸਾਧਨਾ ਕਰਦੇ ਹੋ, ਐਸਾ ਨਹੀਂ ਹੈ ਸਾਧਨਾ ਨਹੀਂ ਦੱਸੀ ਜਾਂਦੀ। ਫਿਰ ਖਿਆਲ ਵਿੱਚ ਰੱਖਿਓ, ਮੈਂ ਵੀ ਬਹੁਤ ਵਾਰ ਸਾਧਨਾ ਦੀ ਗੱਲ ਕਰਦਾ ਹਾਂ, ਕਹਿਣਾ ਵੀ ਹਾਂ ਕਰੋ, ਕੁਛ ਨਾ ਕੁਛ ਤਾਂ ਕਰੋ ਹੀ। ਉਹ ਇਸ ਕਰਕੇ ਕਿਹਾ ਜਾਂਦਾ ਹੈ ਤਾਂ ਕਿ ਤੁਸੀਂ ਕਰ ਕਰਕੇ ਜਾਣ ਲਓ ਵੀ ਇਸ ਕਰਨ ਦੁਆਰਾ ਮਨ ਹੀ ਮਜ਼ਬੂਤ ਹੁੰਦਾ ਹੈ। ਭਟਕ ਕੇ ਹੀ ਬੰਦੇ ਨੂੰ ਪਤਾ ਲੱਗਦਾ ਹੈ ਨਾ। ਜਿਵੇਂ ਇੱਥੇ ਮੇਰੇ ਕੋਲ 2-4 ਪ੍ਰੇਮੀ ਆਏ ਹੋਏ ਹਨ, ਅਤੇ ਜਿਹੜੇ ਜ਼ਿਆਦਾ ਸਮਾਂ ਤੋਂ ਜੁੜੇ ਹੋਏ ਹਨ, ਉਹਨਾਂ ਨੂੰ ਪਹਿਲੇ ਕਹਿੰਦਾ ਹੁੰਦਾ ਸੀ, ਜਿੱਥੇ ਵੀ ਕੋਈ ਸਾਧਨਾ ਕਰਾਉਂਦਾ ਹੈ ਜਾਂ ਕੋਈ ਧਿਆਨ ਕਰਾਉਂਦਾ ਹੈ, ਇਹ ਵੀ ਪੁੱਛ ਲੈਂਦੇ ਵੀ ਅਸੀਂ ਚਲੇ ਜਾਈਏ। ਅਤੇ ਮੈਂ ਕਹਿੰਦਾ ਹੁੰਦਾ ਵੀ ਜਾਓ, ਤੁਸੀਂ ਹਰ ਜਗ੍ਹਾ ਜਾ ਕੇ ਦੇਖ ਲਓ, ਘੁੰਮ ਲਓ। ਤੁਸੀਂ ਕਰਕੇ ਜਿੰਨਾ ਚਿਰ ਤੁਸੀਂ ਦੇਖ ਨਾ ਲਵੋ, ਤੁਹਾਡੀ ਤਸੱਲੀ ਨਾ ਹੋ ਜਾਵੇ, ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆ ਸਕਦੇ ਹੋ। ਵੀ ਬਾਹਰੋਂ ਤੁਹਾਡੀ ਤਸੱਲੀ ਹੋ ਜਾਵੇ, ਤੁਸੀਂ ਸਭ ਕੁਛ ਕਰ ਲਓ, ਜਪ ਤਪ ਪਾਠ ਪੂਜਾ ਧਿਆਨ ਵਗੈਰਾ ਜੋ ਵੀ ਸਾਧਨਾਵਾਂ ਕਰਾਉਂਦੇ ਆ, ਤੁਹਾਨੂੰ ਪਤਾ ਲੱਗ ਜਾਵੇ ਆਪਣੇ ਮਨ ਦਾ। ਅਗਰ ਤੁਸੀਂ ਸੁਚੇਤ ਹੋਵੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਇਹਦੇ ਦੁਆਰਾ ਮਨ ਮਰੇਗਾ ਨਹੀਂ, ਮਨ ਚੱਲੇਗਾ। ਅਤੇ ਜਿਹੜਾ ਜਾਣ ਲੈਂਦਾ ਹੈ ਵੀ ਕੋਈ ਵੀ ਮੈਂ ਸਾਧਨਾ ਕਰਾਂ, ਅਤੇ ਸਾਧਨਾ ਤਾਂ ਮੈਂ ਆਪਣੇ ਮਨ ਦੁਆਰਾ ਹੀ ਕਰ ਰਿਹਾ, ਸਮਝ ਕੇ ਕਰ ਰਿਹਾ। ਅਤੇ ਜਿਹੜੀ ਸਾਧਨਾ ਮੈਂ ਸਮਝ ਕੇ ਕਰ ਰਿਹਾ ਹਾਂ, ਆਪਣੇ ਆਪ ਕਰ ਰਿਹਾ, ਤਾਂ ਉਹਦੇ ਉੱਪਰ ਤਾਂ ਮਨ ਕਾਇਮ ਰਹੇਗਾ ਹੀ, ਕਿਉਂਕਿ ਮਨ ਦੁਆਰਾ ਹੀ ਹੋ ਰਹੀ, ਅਤੇ ਉਹ ਮਨ ਮਤ ਹੀ ਹੈ। ਅਤੇ ਮਨ ਦੇ ਪਿੱਛੇ ਲੱਗ ਕੇ ਤੇ ਆਦਮੀ ਡੁੱਬਦਾ ਹੈ। ਅਤੇ ਮਨ ਦੁਆਰਾ ਸੋਚ ਕੇ ਜੋ ਤੁਸੀਂ ਕਰਦੇ ਹੋ, ਉਹਦੇ ਦੁਆਰਾ ਸੰਸਾਰ ਵੱਲ ਨੂੰ ਜਾਂਦੇ ਹੋ, ਮਨ ਮਜ਼ਬੂਤ ਹੁੰਦਾ ਹੈ। ਅਤੇ ਜਿਹੜਾ ਗੁਰਮੁਖ ਹੋ ਜਾਂਦਾ ਹੈ, ਗੁਰੂ ਦੀ ਮੱਤ ਲੈ ਲੈਂਦਾ ਹੈ, ਅਤੇ ਮੱਤ ਉਹ ਹੀ ਲੈਂਦਾ ਹੈ, ਖਿਆਲ ਵਿੱਚ ਰੱਖਿਓ, ਜਿਹੜਾ ਫਿਰ ਆਪਣੀ ਮੱਤ ਛੱਡ ਦਿੰਦਾ ਹੈ ਵੀ ਹੁਣ ਮੈਂ ਆਪਣੀ ਮੱਤ ਦੁਆਰਾ ਜੀ ਕੇ ਬਹੁਤ ਜੀ ਲਿਆ ਹੈ। ਇੰਨੇ ਸਾਲ ਮੈਂ ਆਪਣੀ ਮੱਤ ਦੁਆਰਾ ਜੀਆ, ਕਿਤੇ ਸੁੱਖ ਨਹੀਂ, ਕਿਤੇ ਚੈਨ ਨਹੀਂ, ਕਿਤੇ ਆਨੰਦ ਨਹੀਂ, ਕਿਤੇ ਸਕੂਨ ਨਹੀਂ ਮਿਲਿਆ ਮੈਨੂੰ। ਅਤੇ ਕੋਸ਼ਿਸ਼ ਵੀ ਕਰ ਲਈ ਹੈ, ਜਿਹੜੇ ਕਰ ਲੈਂਦੇ ਹਨ ਉਹਨੂੰ ਪਤਾ ਲੱਗ ਜਾਂਦਾ ਇਹ ਬੜੀ ਕੋਸ਼ਿਸ਼ ਕੀਤੀ ਵੀ ਇਸ ਮੱਤ ਦੁਆਰਾ ਨਹੀਂ, ਹੁਣ ਇਸ ਮੱਤ ਨੂੰ ਛੱਡੋ। ਅਤੇ ਜਿਹੜਾ ਬਿਲਕੁਲ ਛੱਡ ਦਿੰਦਾ ਹੈ, ਛੱਡਦਾ ਉਹ ਹੀ ਹੈ ਜਿਹੜਾ ਜਾਣ ਲੈਂਦਾ ਹੈ ਵੀ ਇਹ ਮੱਤ ਵਿਅਰਥ ਹੈ, ਮੈਂ ਆਪਣੀ ਮੱਤ ਦੁਆਰਾ ਨਹੀਂ। ਇਸੇ ਕਰਕੇ ਗੁਰ ਕਿਰਪਾ, ਗੁਰ ਪ੍ਰਸਾਦ ਜਿਨ੍ਹਾਂ ਨੇ ਜਾਣਿਆ ਸੀ ਕਿਹਾ ਹੈ, ਭਾਵ ਕਿ ਉਹਨਾਂ ਨੇ ਆਪਣੀ ਮੱਤ ਤਿਆਗ ਦਿੱਤੀ, ਅਤੇ ਗੁਰੂ ਦੀ ਮੱਤ ਦੁਆਰਾ ਉਹ ਫਿਰ ਕੁਛ ਕਰ ਰਹੇ ਹਨ। ਫਿਰ ਉਹ ਜਦੋਂ ਕੁਛ ਕਰਦੇ ਹਨ, ਫਿਰ ਵੀ ਉਹ ਕਹਿੰਦੇ ਹਨ ਵੀ ਅਸੀਂ ਜੋ ਕੁਛ ਕਰ ਰਹੇ ਹਾਂ ਉਹ ਅਸੀਂ ਨਹੀਂ ਕਰ ਰਹੇ ਹਾਂ, ਇਹ ਗੁਰ ਕਿਰਪਾ ਦੁਆਰਾ ਹੋ ਰਿਹਾ ਹੈ। ਅਸੀਂ ਤਾਂ ਰਹੇ ਹੀ ਨਹੀਂ, ਹੁਣ ਅਸੀਂ ਤਾਂ ਹੋਰ ਕੁਛ ਕਰਨਾ ਚਾਹੁੰਦੇ ਸੀ। ਅਸੀਂ ਤਾਂ ਸੰਸਾਰ ਦੇ ਵਿੱਚ ਬਹੁਤ ਕੁਛ ਕਰਨਾ ਚਾਹੁੰਦੇ ਸੀ, ਜਾਂ ਕੋਈ ਭਜਨ ਕਰਨਾ ਚਾਹੁੰਦੇ ਸੀ, ਸਿਮਰਨ ਜਪ ਤਪ ਪਾਠ ਪੂਜਾ ਕਰਨਾ ਚਾਹੁੰਦੇ ਸੀ। ਅਸੀਂ ਤਾਂ ਕਰਨਾ ਹੀ ਨਹੀਂ ਚਾਹੁੰਦੇ।
ਤੇ ਇੱਥੇ ਗੁਰਮਤਿ ਅਨੁਸਾਰ ਹੋ ਰਿਹਾ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕੁਛ ਕਰਨਾ ਨਹੀਂ। ਸਤਿਪੁਰਖ ਕਹਿੰਦੇ ਹਨ ਵੀ ਤੁਸੀਂ ਕੁਝ ਨਹੀਂ ਕਰਨਾ ਹੈ, ਤੁਸੀਂ ਸਿਰਫ ਸਮਰਪਣ ਕਰਨਾ ਹੈ। ਸੰਤ ਸੰਗ ਨਹੀਂ ਕਿਛ ਘਾਲ, ਘਾਲਣਾ ਦੀ ਲੋੜ ਨਹੀਂ ਹੈ ਤੁਹਾਨੂੰ ਕੁਛ, ਤੁਹਾਨੂੰ ਸਿਰਫ ਛੱਡਣ ਦੀ ਲੋੜ ਹੈ। ਤੁਸੀਂ ਆਪਣੀ ਮੱਤ ਨੂੰ ਤਿਆਗਣਾ ਹੀ ਹੈ। ਵੀ ਤਿਆਗੋ ਮਨ ਕੀ ਮਾਤੜੀ ਵਿਸਾਰੇ ਦੂਜਾ ਭਾਉ। ਜੇ ਜਦੋਂ ਤੁਸੀਂ ਮਨ ਦੀ ਮੱਤ ਵਿਸਾਰ ਦਿਓਗੇ ਨਾ, ਤਿਆਗ ਦਿਓਗੇ, ਦੂਸਰਾ ਭਾਵ ਵੀ ਵਿਸਰ ਜਾਵੇਗਾ। ਦੂਸਰਾ ਭਾਵ ਦਾ ਮਤਲਬ ਹੁੰਦਾ ਸੰਸਾਰ ਦੀ ਭਾਵਨਾ, ਸੰਸਾਰ ਦਾ ਲਗਾਵ। ਸੰਸਾਰ ਦਾ ਲਗਾਵ ਤੁਹਾਡੀ ਮੱਤ ਕਰਕੇ ਹੀ ਚੱਲ ਰਿਹਾ ਹੈ। ਤੁਹਾਡੀ ਮੱਤ ਕਰਕੇ ਹੀ ਸੰਸਾਰ ਦਾ ਲਗਾਵ ਹੈ। ਅਗਰ ਤੁਸੀਂ ਮੱਤ ਛੱਡ ਦਿਓਗੇ ਤਾਂ ਸੰਸਾਰ ਦਾ ਲਗਾਵ ਵੀ ਹਟ ਜਾਣਾ ਹੈ। ਫਿਰ ਪਾਵੇ ਹਰ ਦਸਾ ਬੜਾ। ਤੇ ਆਪਣੀ ਮੱਤ ਦੁਆਰਾ ਸੰਸਾਰ ਦਾ ਲਗਾਵ ਹੈ, ਤੁਹਾਡੀ ਮੈਂ ਦਾ ਲਗਾਵ ਹੈ, ਇਹਦੇ ਦੁਆਰਾ ਹਉਂ ਵੱਧਦੀ ਹੈ। ਤੇ ਮਨ ਦੀ ਮੱਤ ਤਿਆਗੋ। ਪਰ ਕਠਿਨ ਹੈ, ਪਰ ਜਿਹੜਾ ਤਿਆਗਦਾ ਹੈ ਗੁਰ ਕੀ ਮੱਤ ਤੂੰ ਲੇਹ ਆਣੀ, ਭਗਤ ਬਿਨਾ ਬਹੁ ਡੂਬੇ ਸਿਆਣੇ। ਉਹ ਇਹ ਆਣਾ ਤਰ ਜਾਂਦਾ ਹੈ, ਸਿਆਣੇ ਡੁੱਬ ਜਾਂਦਾ ਹੈ, ਸਿਆਣੇ ਡੁੱਬ ਜਾਂਦਾ ਹੈ, ਸਿਆਣੇ